ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ ਮਿਲੀ ਭਾਰੀ ਸਫਲਤਾ। ਕੈਨੇਡਾ ਵੱਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੌਲਤ ਵਿੱਚ ਵਾਧਾ। ਆਸਟ੍ਰੇਲੀਆ ਜਲਦੀ ਖੋਲੇਗਾ ਆਪਣੀਆਂ ਸਰਹੱਦਾਂ। ਕੁਆਡ ਦੇਸ਼ਾਂ ਦੇ ਮੁਖੀਆਂ ਦੀ ਮੇਜ਼ਬਾਨੀ ਕਰਨਗੇ ਅਮਰੀਕਾ ਦੇ ਰਾਸ਼ਟਰਪਤੀ। 24 ਸਤੰਬਰ ਨੂੰ ਹੋਵੇਗਾ ਸੰਮੇਲਨ। ਅਮਰੀਕਾ ਵਿੱਚ ਕਰੋਨਾ ਵੈਕਸੀਨ ਦੀਆਂ 380.8 ਮਿਲੀਅਨ ਖੁਰਾਕਾਂ ਲੱਗੀਆਂ। ਫ੍ਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 26ਵੀਂ ਵਰਸੀ ਮੌਕੇ ਵਿਸ਼ੇਸ਼ ਸਮਾਗਮ। 4 ਸਾਬਕਾ ਪੁਲਿਸ ਅਧਿਕਾਰੀਆਂ ਵਿਰੁੱਧ ਜਾਰਜ ਫਲਾਇਡ ਦੇ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਸੁਣਵਾਈ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੀ ਰਿਕਾਲ ਲਈ ਹੋਈਆਂ ਚੋਣਾਂ ਵਿੱਚ ਕਾਮਯਾਬੀ ਮਿਲੀ ਹੈ। ਮੰਗਲਵਾਰ ਰਾਤ ਨੂੰ ਗਵਰਨਰ ਨਿਊਸਮ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਉਹ ਵੱਡੀ ਲੀਡ ਨਾਲ ਇਸ ਰਿਕਾਲ ਚੋਣਾਂ ਵਿੱਚ ਕਾਮਯਾਬੀ ਹਾਸਲ ਕਰ ਰਹੇ ਸਨ। ਹਾਲਾਂਕਿ ਸਰਕਾਰੀ ਤੌਰ ਤੇ ਗਵਰਨਰ ਨਿਊਸਮ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ, ਪਰ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ। ਆਖਰੀ ਖਬਰਾਂ ਆਉਣ ਤੱਕ ਗਵਰਨਰ ਨਿਊਸਮ ਨੇ 66% ਵੋਟਾਂ ਲੈ ਕੇ ਅੱਗੇ ਸਨ, ਜੋ ਕਿ ਇੱਕ ਬਹੁਤ ਵੱਡਾ ਫਰਕ ਮੰਨਿਆ ਜਾ ਰਿਹਾ। ਕਿਸੇ ਹਾਲ ਵਿੱਚ ਵੀ ਹੁਣ ਉਹਨਾਂ ਨੂੰ ਗਵਰਨਰ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਦਾ। ਆਖਰੀ ਖਬਰਾਂ ਮਿਲਣ ਤੱਕ ਗਵਰਨਰ ਨਿਊਸਮ ਦੇ ਹੱਕ ਵਿੱਚ 57,71,735 ਵੋਟਾਂ ਪੈ ਚੁੱਕੀਆਂ ਸਨ, ਜਦਕਿ ਉਹਨਾਂ ਦੇ ਵਿਰੋਧ ਵਿੱਚ 29,46,748 ਵੋਟਾਂ ਪਈਆਂ ਸਨ। ਇਹਨਾਂ ਚੋਣਾਂ ਦੌਰਾਨ ਜੇ ਗਵਰਨਰ ਨਿਊਸਮ ਦੇ ਹੱਕ ਵਿੱਚ ਨਾ ਪੱਖੀ ਵੋਟਾਂ ਪੈਂਦੀਆਂ ਤਾਂ 40 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 24 ਰਿਪਬਲਿਕਨ ਪਾਰਟੀ, 9 ਡੈਮੋਕ੍ਰੇਟ ਪਾਰਟੀ, 2 ਗ੍ਰੀਨ ਪਾਰਟੀ ਅਤੇ 1 ਲਿਬਰਟੇਰੀਅਨ ਪਾਰਟੀ ਦਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਹਨਾਂ ਵਿੱਚੋਂ ਰਿਪਬਲਿਕਨ ਪਾਰਟੀ ਨਾਲ ਸੰਬੰਧਿਤ ਇੱਕ ਨਿਊਜ਼ ਚੈਨਲ ਦੇ ਐਂਕਰ ਲੈਰੀ ਐਲਡਰ ਉੱਭਰ ਕੇ ਸਾਹਮਣੇ ਆਏ ਹਨ। ਉਹਨਾਂ ਨੇ 40 ਉਮੀਦਵਾਰਾਂ ਵਿੱਚੋਂ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ। ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਅਗਲੀਆਂ ਗਵਰਨਰ ਚੋਣਾਂ 'ਚੋਂ ਰਿਪਬਲਿਕਨ ਪਾਰਟੀ ਦੇ ਪ੍ਰਮੁੱਖ ਉਮੀਦਵਾਰ ਹੋ ਸਕਦੇ ਨੇ। 53 ਸਾਲਾ ਗੈਵਿਨ ਨਿਊਸਮ ਕੈਲੀਫੋਰਨੀਆ ਦੇ 40ਵੇਂ ਗਵਰਨਰ ਵਜੋਂ 2019 ਤੋਂ ਸੇਵਾ ਨਿਭਾ ਰਹੇ ਨੇ। ਇਸ ਤੋਂ ਪਹਿਲਾਂ ਉਹ 2011 ਤੋਂ 2019 ਤੱਕ ਕੈਲੀਫੋਰਨੀਆ ਦੇ ਲੈਫਟੀਨੈਂਟ ਗਵਰਨਰ ਰਹੇ। ਉਹਨਾਂ ਨੇ ਆਪਣਾ ਰਾਜਨੀਤਿਕ ਕਰੀਅਰ 2004 ਤੋਂ ਸ਼ੁਰੂ ਕੀਤਾ, ਜਦੋਂ ਉਹ ਸੈਨ ਫਰਾਂਸਿਸਕੋ ਦੇ ਮੇਅਰ ਚੁਣੇ ਗਏ। ਗਵਰਨਰ ਗੈਵਿਨ ਨਿਊਸਮ ਨੇ ਕੈਲੀਫੋਰਨੀਆ ਦੀ ਭਲਾਈ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਉਹਨਾਂ ਨੇ ਕੋਵਿਡ-19 ਮਹਾਮਾਰੀ ਨੂੰ ਬੜੇ ਚੰਗੇ ਤਰੀਕੇ ਨਾਲ ਨਜਿੱਠਿਆ ਤੇ ਕੈਲੀਫੋਰਨੀਆ ਰਾਜ ਵਿੱਚ ਬੇਰੁਜ਼ਗਾਰੀ ਤੇ ਵੀ ਠੱਲ ਪਾਈ, ਜਿਸ ਕਰਕੇ ਉਹਨਾਂ ਨੂੰ ਕੈਲੀਫੋਰਨੀਆ ਦੇ ਲੋਕਾਂ ਦਾ ਫਤਵਾ ਮਿਲਿਆ। ਇਹ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਨੇ ਕੈਲੀਫੋਰਨੀਆ ਦੇ ਸਮੂਹ ਨਾਗਰਿਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਕੈਲੀਫੋਰਨੀਆ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡਾ ਵਿੱਚ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਮੌਲਤ 28 ਫਰਵਰੀ 2022 ਤੱਕ ਵਧਾ ਦਿੱਤੀ ਗਈ ਹੈ। ਮੰਤਰਾਲੇ ਵੱਲੋਂ ਬੀਤੇ ਸਾਲ ਕੋਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਕੈਨੇਡਾ ਤੋਂ ਵਾਪਸ ਨਾ ਮੁੜ ਸਕਣ ਵਾਲੇ ਸੈਲਾਨੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਲੋਕਾਂ ਦੀ ਸਹੂਲਤ ਵਾਸਤੇ ਵਰਕ ਪਰਮਿਟ ਦੀ ਇਹ ਆਰਜ਼ੀ ਨੀਤੀ ਬਣਾਈ ਗਈ ਸੀ। ਸਰਕਾਰੀ ਰਿਪੋਰਟਾਂ ਅਨੁਸਾਰ ਕੈਨੇਡਾ ਭਰ ਵਿੱਚ ਕਾਮਿਆਂ ਦੀ ਘਾਟ ਹੈ, ਜਿਸ ਕਰਕੇ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੇ ਕੇ ਰੋਜ਼ਗਾਰ ਮਾਰਕੀਟ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਹੈ। ਇਸ ਕਰਕੇ 28 ਫਰਵਰੀ ਤੱਕ ਵਰਕ ਪਰਮਿਟ ਦੀ ਸਹੂਲਤ ਹਰੇਕ ਆਰਜ਼ੀ ਵੀਜ਼ਾ ਧਾਰਕ ਨੂੰ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੀ ਕੈਨੇਡਾ ਵਿੱਚ ਠਹਿਰਨ ਦੀ ਮਿਆਦ ਖਤਮ ਨਾ ਹੋਈ ਹੋਵੇ। ਜਹਾਜ਼ਾਂ ਦੀ ਆਵਾਜਾਈ ਅਜੇ ਤੱਕ ਵੀ ਸੀਮਤ ਹੋਣ ਕਾਰਨ ਕੁਝ ਵਿਦੇਸ਼ੀਆਂ ਨੂੰ ਆਪਣਾ ਵੀਜ਼ਾ ਵਧਾਉਣਾ ਪਿਆ। ਇਸੇ ਦੌਰਾਨ ਬਰੈਂਪਟਨ ਉੱਤਰੀ ਹਲਕੇ ਦੀ ਮੌਜੂਦਾ ਸੰਸਦ ਮੈਂਬਰ ਅਤੇ ਲਿਬਰਲ ਪਾਰਟੀ ਦੀ ਉਮੀਦਵਾਰ ਰੂਬੀ ਸਹੌਤਾ ਨੇ ਦੱਸਿਆ ਕਿ ਕੈਨੇਡਾ ਸਰਕਾਰ ਵੱਲੋਂ ਭਾਰਤ ਨੂੰ ਸਿੱਧੀਆਂ ਉਡਾਣਾਂ ਬਾਰੇ ਐਲਾਨ ਇਸ ਹਫ਼ਤੇ ਦੇ ਅਖੀਰ ਤੱਕ ਕੀਤਾ ਜਾਵੇਗਾ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਵੱਲੋਂ ਆਮ ਲੋਕਾਂ ਲਈ ਮਹਾਮਾਰੀ ਕਾਰਨ ਮਾਰਚ 2020 ਤੋਂ ਬੰਦ ਕੌਮਾਂਤਰੀ ਬਾਰਡਰ ਨੂੰ ਸਾਲ ਦੇ ਅੰਤ ਤੱਕ ਖੋਲ੍ਹੇ ਜਾਣ ਦੀ ਗੱਲ ਆਖੀ ਗਈ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ 80% ਲੋਕਾਂ ਦਾ ਟੀਕਾਕਰਨ ਜ਼ਰੂਰੀ ਰੱਖਿਆ ਗਿਆ। ਹੁਣ ਤੱਕ ਕਰੀਬ 45% ਲੋਕਾਂ ਦੇ 2 ਟੀਕੇ ਲੱਗ ਚੁੱਕੇ ਨੇ। ਇਸ ਦੇ ਨਾਲ ਹੀ ਸਰਕਾਰ ਨੇ ਕੌਮਾਂਤਰੀ ਕੰਪਨੀ ਨੂੰ ਠੇਕਾ ਦਿੱਤਾ ਹੈ, ਜੋ ਹਵਾਈ ਅੱਡਿਆਂ ਤੇ ਲਾਂਘਿਆਂ ਦੌਰਾਨ ਵਰਤੀ ਜਾਣ ਵਾਲੀ ਵਿਸ਼ੇਸ਼ ਮੋਬਾਈਲ ਐਪ ਬਣਾਏਗੀ। ਇਹ ਐਪ ਮੁਲਕ ਤੋਂ ਬਾਹਰ ਜਾਣ ਵਾਲਿਆਂ ਤੇ ਆਸਟ੍ਰੇਲੀਆ 'ਚ ਆਉਣ ਵਾਲਿਆਂ ਦੇ ਟੀਕਿਆਂ ਦਾ ਰਿਕਾਰਡ ਰੱਖੇਗੀ। ਇਸ ਐਪ ਵਿਚਲਾ 2 ਟੀਕਿਆਂ ਦਾ ਰਿਕਾਰਡ ਹਵਾਈ ਅੱਡਿਆਂ ਤੇ ਲਾਂਘੇ ਲਈ ਜ਼ਰੂਰੀ ਹੋਏਗਾ। ਹੋਰ ਮੁਲਕ ਵੀ ਆਪਣੇ ਹਵਾਈ ਅੱਡਿਆਂ ਤੇ ਉਤਰਨ ਵਾਲੇ ਆਸਟ੍ਰੇਲੀਆਈ ਯਾਤਰੀਆਂ ਦਾ ਲਾਂਘੇ ਤੋਂ ਪਹਿਲਾਂ ਇਹ ਰਿਕਾਰਡ ਦੇਖ ਸਕਣਗੇ। ਇਸ ਡਿਜੀਟਲ ਪਾਸ ਦੀ ਮਦਦ ਨਾਲ ਮੁਲਕ ਵਿੱਚ ਵਿਦਿਆਰਥੀ ਅਤੇ ਸਿੱਖਿਅਤ ਕਾਮੇ ਵੀ ਆ ਸਕਣਗੇ। ਹੁਣ ਤੱਕ ਸਿਰਫ
ਸਿਰਫ ਪੱਕੇ ਰਿਹਾਇਸ਼ੀਆਂ ਤੇ ਨਾਗਰਿਕਾਂ ਨੂੰ ਹੀ ਮੁੜ ਆਉਣ ਦੀ ਇਜਾਜ਼ਤ ਦਿੱਤੀ ਹੋਈ ਹੈ। ਜ਼ਿਕਰਯੋਗ ਹੈ ਕਿ ਕਰੀਬ 1.5 ਸਾਲ ਤੋਂ ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਦੇ ਮੁਲਕ ਤੋਂ ਬਾਹਰ ਜਾਣ ਉੱਤੇ ਪਾਬੰਦੀ ਲਾਈ ਹੋਈ ਹੈ, ਜਦਕਿ ਅਤ ਜ਼ਰੂਰੀ ਕਾਰਨਾਂ ਲਈ ਵਿਦੇਸ਼ ਜਾਣਾ ਚਾਹੁੰਦੇ ਲੋਕਾਂ ਨੂੰ ਗ੍ਰਹਿ ਵਿਭਾਗ ਦੀ ਮਨਜ਼ੂਰੀ ਲੈਣੀ ਪੈ ਰਹੀ ਹੈ, ਜੋ ਜ਼ਿਆਦਾਤਰ ਮਿਲਣੀ ਮੁਸ਼ਕਲ ਹੈ। ਇਸੇ ਤਰ੍ਹਾਂ ਬਾਹਰਲੇ ਮੁਲਕਾਂ ਵਿੱਚ ਬੈਠੀ ਵੱਡੀ ਗਿਣਤੀ ਆਸਟ੍ਰੇਲੀਆਈ ਵੀ ਹਾਲੇ ਤੱਕ ਇਨ੍ਹਾਂ ਪਾਬੰਦੀਆਂ ਕਾਰਨ ਆਸਟ੍ਰੇਲੀਆ ਵਾਪਸ ਆਉਣ ਦੀ ਉਡੀਕ ਕਰ ਰਹੇ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਆਗਾਮੀ 24 ਸਤੰਬਰ ਨੂੰ ਕੁਆਡ ਦੇ ਮੈਂਬਰ ਦੇਸ਼ ਦੇ ਨੇਤਾਵਾਂ ਨਾਲ ਆਪਣੇ ਪਹਿਲੇ ਵਿਅਕਤੀਗਤ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ ਅਤੇ 21 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨਗੇ। ਇਸ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23, 24 ਅਤੇ 25 ਸਤੰਬਰ ਨੂੰ ਅਮਰੀਕਾ ਵਿੱਚ ਰਹਿਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2019 ਵਿੱਚ ਅਮਰੀਕਾ ਦਾ ਦੌਰਾ ਕੀਤਾ ਸੀ। ਤਤਕਾਲੀਨ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਹਨਾਂ ਨੇ ਹਿਊਸਟਨ ਵਿੱਚ ਵੱਡੇ ਪ੍ਰਵਾਸੀ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ ਸੀ। ਇਸ ਵਾਰ ਵਾਸ਼ਿੰਗਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਾਲਾ ਉੱਚ ਪੱਧਰੀ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਵਿੱਚ ਹਿੱਸਾ ਲੈਣ ਨਿਊਯਾਰਕ ਵਿੱਚ ਜਾਣਗੇ। ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਬਾਅਦ ਜੋ ਬਾਈਡਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਪਹਿਲੀ ਵਿਅਕਤੀਗਤ ਮੁਲਾਕਾਤ ਹੋਵੇਗੀ। ਦੱਸ ਦੇਈਏ ਕਿ ਇਸ ਕੁਆਡ ਮੀਟਿੰਗ ਨੂੰ ਲੈ ਕੇ ਪਹਿਲਾਂ ਹੀ ਵਿਦੇਸ਼ ਮੰਤਰਾਲੇ ਵੱਲੋਂ ਸੰਕੇਤ ਮਿਲੇ ਸਨ। ਇਸੇ ਸਾਲ ਮਾਰਚ ਵਿੱਚ ਕੁਆਡ ਨੇਤਾਵਾਂ ਦੀ ਵਰਚੁਅਲ ਬੈਠਕ ਹੋਈ ਸੀ ਅਤੇ ਉਹਨਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਚੀਨ ਵੱਲੋਂ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਨਾਲ ਹੀ ਕਰੋਨਾ ਵੈਕਸੀਨ ਅਤੇ ਜਲਵਾਯੂ ਨੂੰ ਲੈ ਕੇ ਇਕਜੁੱਟ ਹੋ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਜਤਾਈ ਸੀ। ਦੱਸ ਦੇਈਏ ਕਿ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਚੀਨ ਵਿਰੁੱਧ ਕੁਆਡ 4 ਦੇਸ਼ਾਂ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦਾ ਇੱਕ ਸ਼ਕਤੀਸ਼ਾਲੀ ਸਮੂਹ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਚਿਵ ਜੇਨ ਸਾਕੀ ਨੇ ਕਿਹਾ ਕਿ ਇਹਨਾਂ ਚਾਰੇ ਨੇਤਾਵਾਂ ਦੀ ਮੁਲਾਕਾਤ 24 ਸਤੰਬਰ ਨੂੰ ਵਾਈਟ ਹਾਊਸ ਵਿੱਚ ਹੋਵੇਗੀ। ਇਸ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਸ਼ਾਮਲ ਹੋਣਗੇ। ਅਗਲੇ ਹਫ਼ਤੇ ਇਹ ਨੇਤਾ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਵੀ ਹਿੱਸਾ ਲੈਣਗੇ। ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਵੈਕਸੀਨ ਮੁਹਿੰਮ ਜਾਰੀ ਹੈ। ਇਸੇ ਪ੍ਰਕਿਰਿਆ ਦੇ ਚਲਦਿਆਂ ਵੈਕਸੀਨ ਸੰਬੰਧੀ ਨਵੇਂ ਜਾਰੀ ਅੰਕੜਿਆਂ ਅਨੁਸਾਰ 380 ਮਿਲੀਅਨ ਦੇ ਕਰੀਬ ਟੀਕੇ ਲਗਾਏ ਗਏ ਹਨ। ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅੰਕੜਿਆਂ ਅਨੁਸਾਰ ਸੋਮਵਾਰ ਸਵੇਰ ਤੱਕ ਅਮਰੀਕਾ ਵਿੱਚ 380.8 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ। ਇਨ੍ਹਾਂ ਖੁਰਾਕਾਂ ਵਿੱਚ ਮਾਡਰਨਾ ਅਤੇ ਫਾਈਜ਼ਰ ਬਾਇਓਨਟੈਕ ਦੇ 2 ਖੁਰਾਕ ਵਾਲੇ ਟੀਕਿਆਂ ਤੋਂ ਇਲਾਵਾ ਜੌਨਸਨ ਐਂਡ ਜੌਨਸਨ ਦਾ ਇੱਕ ਸ਼ਾਟ ਵਾਲਾ ਟੀਕਾ ਵੀ ਸ਼ਾਮਲ ਹੈ। ਇਸ ਦੇ ਇਲਾਵਾ 13 ਅਗਸਤ ਤੋਂ ਕਮਜ਼ੋਰ ਇਮਿਊਨਿਟੀ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਲਗਭਗ 1.82 ਮਿਲੀਅਨ ਫਾਈਜ਼ਰ ਜਾਂ ਮਾਡਰਨਾ ਦੇ ਬੂਸਟਰ ਟੀਕੇ ਲਗਾਏ ਗਏ ਹਨ। ਸਥਾਨਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਬਣੇ ਖਾਲੜਾ ਪਾਰਕ ਵਿੱਚ ਲੰਘੇ ਐਤਵਾਰ ਇੰਡੋ USA ਹੈਰੀਟੇਜ ਫ੍ਰਿਜ਼ਨੋ ਵੱਲੋਂ ਪਾਰਕ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੇ ਜੈਕਾਰਾ ਮੂਵਮੈਂਟ ਦੇ ਨੌਜਵਾਨਾਂ ਦੇ ਉਦਮ ਸਦਕਾ ਇੱਕ ਵਿਸ਼ੇਸ਼ ਸਮਾਗਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਨੂੰ ਮੁੱਖ ਰੱਖ ਕੇ ਕਰਵਾਇਆ ਗਿਆ। ਇਸ ਮੌਕੇ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਉੱਥੇ ਹੀ 9/11 ਦੀ 20ਵੀਂ ਬਰਸੀ ਮੌਕੇ ਅਮਰੀਕਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ 3000 ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ 600 ਤੋਂ ਵੱਧ ਕਿਸਾਨਾਂ ਨੂੰ ਵੀ ਨਮਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਉਪਰੰਤ ਕੀਤੀ ਗਈ। ਇਸ ਮੌਕੇ ਅਮਰੀਕਨ ਰਾਸ਼ਟਰੀ ਗੀਤ ਵੀ ਗਾਇਆ ਗਿਆ ਅਤੇ 1 ਮਿੰਟ ਦਾ ਮੌਨ ਧਾਰਨ ਕਰਕੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਪਿੱਛੋਂ ਢਾਡੀ ਕਵਿਸ਼ਰੀ ਜਥੇ ਨੇ ਵਾਰਾਂ ਗਾ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਪੰਛੀ ਝਾਤ ਪਾਈ। ਗੁਰਦੁਆਰਾ ਸਾਹਿਬ ਮਡੇਰਾ ਦੀ ਕਮੇਟੀ ਨੇ ਸ਼ਾਨਦਾਰ ਪ੍ਰਦਰਸ਼ਨੀ ਵੀ ਲਾਈ ਜੋ ਕਿ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਰਹੀ। ਇੰਡੋ USA ਹੈਰੀਟੇਜ ਵੱਲੋਂ ਐਲਾਨ ਕੀਤਾ ਗਿਆ ਕਿ ਸਤੰਬਰ ਦੇ ਤੀਸਰੇ ਐਤਵਾਰ ਨੂੰ ਭਰਾਤਰੀ ਜਥੇਬੰਦੀਆਂ ਅਤੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਇਹ ਬਰਸੀ ਹਰੇਕ ਸਾਲ ਮਨਾਈ ਜਾਏਗੀ ਅਤੇ ਸੰਗਤ ਦੇ ਸਹਿਯੋਗ ਲਈ ਅਤੇ ਵਲੰਟੀਅਰ ਵੀਰਾਂ ਦੀ ਮਿਹਨਤ ਲਈ ਉਹਨਾਂ ਦਾ ਸਪੈਸ਼ਲ ਧੰਨਵਾਦ ਕੀਤਾ। ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਸ਼ਿਕੇ ਨੇ ਬਖੂਬੀ ਕੀਤਾ। ਮਿਨੀਆਪੋਲਿਸ ਦੇ 4 ਸਾਬਕਾ ਪੁਲਿਸ ਅਧਿਕਾਰੀਆਂ ਡੈਰਕ ਚੌਵਿਨ, ਟੌਥਾਓ, ਥਾਮਸ ਲੇਨ ਤੇ ਅਲੈਗਜ਼ੈਂਡਰ ਕੁਇੰਗ ਵਿਰੁੱਧ ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ਵਿੱਚ ਮਾਨਵੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਆਇਦ ਕੀਤੇ ਗਏ ਹਨ। ਹਾਲਾਂਕਿ ਸੰਘੀ ਅਦਾਲਤ ਸਾਹਮਣੇ ਇਹਨਾਂ ਪੁਲਿਸ ਅਧਿਕਾਰੀਆਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ। ਪੁਲਿਸ ਅਧਿਕਾਰੀਆਂ ਦੀ ਪੇਸ਼ੀ ਮਿਨੀਆਪੋਲਿਸ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਹੋਈ, ਜਿੱਥੇ ਉਹਨਾਂ ਵਿਰੁੱਧ ਮਈ 2020 ਵਿੱਚ ਮਾਰੇ ਗਏ ਜਾਰਜ ਫਲਾਇਡ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਸੁਣਵਾਈ ਹੋਈ। ਇਹਨਾਂ ਪੁਲਿਸ ਅਧਿਕਾਰੀਆਂ ਵਿੱਚੋਂ 54 ਪਹਿਲਾਂ ਹੀ ਸ਼ਾਹਫਾਮ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿੱਚ 22.5 ਸਾਲਾਂ ਦੀ ਸਜ਼ਾ ਕੱਟ ਰਿਹਾ। ਉਹ ਮਿਨੀਆਪੋਲਿਸ ਦੇ ਬਾਹਰਵਾਰ ਬੇਹੱਦ ਸੁਰੱਖਿਆ ਵਾਲੀ ਓਕ ਪਾਰਕ ਹਾਈਟਸ ਜੇਲ੍ਹ ਵਿੱਚ ਬੰਦ ਹੈ। ਸੰਘੀ ਅਦਾਲਤ ਵਿੱਚ ਲਾਏ ਗਏ ਦੋਸ਼ਾਂ ਵਿੱਚ
ਕਿਹਾ ਗਿਆ ਹੈ ਕਿ 25 ਮਈ 2020 ਨੂੰ ਜਾਰਜ ਫਲਾਇਡ ਦੀ ਗ੍ਰਿਫਤਾਰੀ ਸਮੇਂ ਡੈਰਕ ਚੌਬਨ ਨੇ ਬਿਨਾਂ ਕਿਸੇ ਕਾਰਨ ਫਲਾਇਡ ਵਿਰੁੱਧ ਸਖਤੀ ਵਰਤੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ, ਜਦਕਿ ਬਾਕੀ 3 ਪੁਲਿਸ ਅਧਿਕਾਰੀ ਮਾਮਲੇ ਵਿੱਚ ਦਖਲ ਦੇਣ ਵਿੱਚ ਅਸਫਲ ਰਹੇ, ਜਦਕਿ ਉਹ ਚੌਬਨ ਨੂੰ ਸਿਰੇ ਦੀ ਸਖਤੀ ਵਰਤਣ ਤੋਂ ਰੋਕ ਸਕਦੇ ਸੀ। ਇਹਨਾਂ 4 ਪੁਲਿਸ ਅਧਿਕਾਰੀਆਂ ਨੂੰ ਫਲਾਇਡ ਨੂੰ ਡਾਕਟਰੀ ਸਹਾਇਤਾ ਨਾ ਦੇਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਏਗਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਅਗਲੇ ਹਫ਼ਤੇ ਅਮਰੀਕਾ ਜਾਣਗੇ ਤੇ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਮੌਰਿਸਨ ਕੁਆਡ ਬੈਠਕ ਵਿੱਚ ਵੀ ਸ਼ਿਰਕਤ ਕਰਨਗੇ। ਜਾਣਕਾਰੀ ਮੁਤਾਬਕ ਬਾਈਡਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਮੌਰਿਸਨ ਆਪਣੀ ਪਹਿਲੀ ਅਮਰੀਕੀ ਫੇਰੀ ਦੌਰਾਨ 21 ਤੋਂ 24 ਸਤੰਬਰ ਤੱਕ ਵਾਸ਼ਿੰਗਟਨ ਡੀਸੀ ਦੀ ਯਾਤਰਾ ਕਰਨਗੇ। ਮੌਰਿਸਨ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ, ਮੈਂ ਆਪਣੇ 70 ਸਾਲਾਂ ਦੇ ਗੱਠਜੋੜ ਦੀ ਪੁਸ਼ਟੀ ਕਰਨ, ਸਾਡੀ ਸੁਰੱਖਿਆ ਅਤੇ ਆਰਥਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰਨ ਲਈ ਉਤਸੁਕ ਹਾਂ। ਮੌਰਿਸਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਨਾਲ ਕੁਆਡ ਨੇਤਾਵਾਂ ਦੀ ਪਹਿਲੀ ਆਮੋ-ਸਾਹਮਣੇ ਬੈਠਕ ਵਿੱਚ ਹਿੱਸਾ ਲੈਣਗੇ। ਮੌਰਿਸਨ ਨੇ ਕਿਹਾ, ਇਸ ਮਹੱਤਵਪੂਰਨ ਸਮੂਹ ਨੂੰ ਮੁੜ ਸੁਰਜੀਤ ਕਰਨ ਨਾਲ ਇੰਡੋ ਪੈਸੀਫਿਕ ਕੋਵਿਡ-19 ਖਿਲਾਫ ਸਾਡੀ ਵਚਨਬੱਧਤਾ ਅਤੇ ਸਾਡੇ ਖੇਤਰ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਪ੍ਰਤੀ ਸਾਡੀ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਦਾ ਹੈ। ਜ਼ਿਕਰਯੋਗ ਹੈ ਕਿ ਕੁਆਡ 4 ਮਹਾਨ ਲੋਕਤੰਤਰਾਂ ਦੀ ਨੁਮਾਇੰਦਗੀ ਕਰਦਾ ਹੈ ਜੋ ਇੰਡੋ ਪੈਸੀਫਿਕ ਖੇਤਰ ਲਈ ਸਾਂਝੇਦਾਰੀ ਵਿੱਚ ਕੰਮ ਕਰ ਰਹੇ ਨੇ, ਜੋ ਖੁੱਲ੍ਹੇ, ਸਮਾਜ ਸੇਵੀ, ਲਚਕੀਲੇ ਅਤੇ ਸਾਂਝੇ ਸਿਧਾਂਤਾਂ ਤੇ ਆਧਾਰਿਤ ਹੈ। ਮੌਰਿਸਨ ਮੁਤਾਬਕ ਉਹ 26 ਸਤੰਬਰ ਨੂੰ ਆਸਟ੍ਰੇਲੀਆ ਵਾਪਸ ਆਉਣ ਤੇ ਕੁਆਰੰਟਾਈਨ ਨਿਯਮਾਂ ਦੀ ਪਾਲਣਾ ਕਰਨਗੇ। ਕੈਲੀਫੋਰਨੀਆ ਵਾਸੀ ਪਤੀ ਪਤਨੀ ਦੀ ਕੋਵਿਡ-19 ਕਾਰਨ ਮੌਤ ਹੋ ਗਈ। ਇਸ ਜੋੜੇ ਦੇ ਇੱਕ ਨਵਜੰਮੇ ਬੱਚੇ ਸਮੇਤ 5 ਬੱਚੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਡੈਵੀ ਮਿਕੀਅਸ ਤੇ ਉਸਦੇ ਪਤੀ ਡੈਨੀਅਲ ਮਿਕੀਅਸ ਆਪਣੇ 4 ਬੱਚਿਆਂ ਸਮੇਤ ਅਗਸਤ ਦੇ ਸ਼ੁਰੂ ਵਿੱਚ ਕੋਵਿਡ-19 ਦੀ ਲਪੇਟ ਵਿੱਚ ਆਏ ਸਨ। ਬੱਚੇ ਠੀਕ ਹੋਏ, ਜਦਕਿ ਡੈਵੀ ਦੇ ਡੈਨੀਅਲ ਬਿਮਾਰੀ ਤੋਂ ਉਭਰ ਨਾ ਸਕੇ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਡੈਵੀ ਨੇ ਹਸਪਤਾਲ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ। ਬੱਚੀ ਦੇ ਜਨਮ ਸਮੇਂ ਡੈਵੀ ਦੇ ਨਾਲ ਲੱਗੀ ਹੋਈ ਸੀ ਤੇ ਉਹ ਸੁਰਤ ਵਿੱਚ ਨਹੀਂ ਸੀ। ਡੈਵੀ ਦੀ ਨਨਾਣ ਟੈਰੀ ਸਰੇ ਨੇ ਦੱਸਿਆ ਕਿ ਡੈਵੀ ਦਾ ਪਤੀ ਡੈਨੀਅਲ ਚਾਹੁੰਦਾ ਸੀ ਕਿ ਬੱਚੀ ਦਾ ਨਾਂ ਅਜੇ ਰੱਖਿਆ ਜਾਵੇ। ਉਸ ਦਾ ਵਿਸ਼ਵਾਸ ਸੀ ਕਿ ਡੈਵੀ ਤੇ ਉਹ ਖੁਦ ਠੀਕ ਹੋ ਜਾਣਗੇ ਤੇ ਠੀਕ ਹੋਣ ਉਪਰੰਤ ਬੱਚੀ ਦਾ ਨਾਂ ਰੱਖਣਗੇ, ਪਰ ਡੈਵੀ ਦੀ ਮੌਤ 26 ਅਗਸਤ ਨੂੰ ਹੋ ਗਈ, ਜਦਕਿ ਡੈਨੀਅਲ 9 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਜੋੜੇ ਦੇ ਬਾਕੀ 4 ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਹੈ। ਡੈਵੀ ਰਜਿਸਟਰਡ ਨਰਸ ਸੀ ਤੇ ਉਸ ਦਾ ਪਤੀ ਡੈਨੀਅਲ ਇੱਕ ਅਧਿਆਪਕ ਸੀ। ਇਸ ਸਮੇਂ ਉਹ ਜੇਹੂ ਮਿਡਲ ਸਕੂਲ ਕੈਲੀਫੋਰਨੀਆ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਕਿਡਜ਼ ਪਲੇ ਨਿਊ ਕੈਨੇਡਾ ਕਬੱਡੀ ਕਲੱਬ ਅਤੇ ਮਲ ਰੈਸਲਿੰਗ ਕਲੱਬ ਦੇ ਸਾਂਝੇ ਉਦਮ ਨਾਲ ਬੈਲ ਸੈਂਟਰ ਸਰੀ ਦੇ ਖੇਡ ਮੈਦਾਨ ਵਿੱਚ ਅੰਡਰ 21 ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਸਥਾਨਕ ਬੱਚਿਆਂ ਤੇ ਪਰਿਵਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਹ ਟੂਰਨਾਮੈਂਟ ਜਿੱਤਣ ਦਾ ਮਾਣ ਜੰਗ ਕਬੱਡੀ ਕਲੱਬ ਦੀ ਟੀਮ ਨੇ ਹਾਸਲ ਕੀਤਾ। ਟੂਰਨਾਮੈਂਟ ਦਾ ਸੈਮੀਫਾਈਨਲ ਮੁਕਾਬਲਾ ਰੁਸਤਮ ਕਬੱਡੀ ਕਲੱਬ ਅਤੇ ਯੂਥ ਕਬੱਡੀ ਕਲੱਬ ਵਿਚਕਾਰ ਖੇਡਿਆ ਗਿਆ। ਇਸ ਵਿੱਚ ਯੂਥ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ। ਇਸ ਮੈਚ ਵਿੱਚ ਗੈਰੀ ਧਾਮੀ, ਸ਼ਾਮ ਰੰਧਾਵਾ, ਕਰਨ ਗਿੱਲ, ਬਲਤੇਜ ਮੁੰਡੀ, ਕਰਨਵੀਰ ਰਾਏ ਤੇ ਜਸਤੇਜ ਮੁੰਡੀ ਨੇ ਕਬੱਡੀ ਦੇ ਵਧੀਆ ਜ਼ੋਹਰ ਦਿਖਾਏ। ਫਾਈਨਲ ਮੁਕਾਬਲਾ ਯੂਥ ਕਬੱਡੀ ਕਲੱਬ ਤੇ ਯੰਗ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਬਹੁਤ ਹੀ ਦਿਲਚਸਪ ਮੁਕਾਬਲੇ ਵਿੱਚ ਯੰਗ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ। ਨੌਜਵਾਨ ਕਬੱਡੀ ਖਿਡਾਰੀਆਂ ਸੀਮਾ ਗੁਲੇਵਾਲੀਆ, ਰਵੀ ਪੰਗੂ, ਗੁਰਸ਼ਾਨ ਬਰਾੜ, ਕਰਮ ਗਿੱਲ ਤੇ ਜਸ ਕੰਗ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਖੇਡ ਦਰਸ਼ਕਾਂ ਦੇ ਮਨ ਮੋਹੇ। ਅਵਤਾਰ ਛੋਟਾ ਫਿੱਡੂ ਨੇ ਆਪਣੀਆਂ ਰੇਡਾਂ ਨਾਲ ਖੇਡ ਮੇਲਾ ਲੁੱਟਿਆ। ਇਸ ਮੁਕਾਬਲੇ ਵਿੱਚ ਕਰਨਵੀਰ ਰਾਏ ਬੈਸਟ ਰੇਡਰ ਅਤੇ ਰਾਜਾ ਪਹਿਲਵਾਨ ਬੈਸਟ ਸਟਾਪਰ ਚੁਣੇ ਗਏ। ਟੂਰਨਾਮੈਂਟ ਦੀ ਕਮੈਂਟਰੀ ਲੱਖਾ ਸਿਧਵਾਂ ਤੇ ਲਖਵੀਰ ਮੌਮੀ ਢਿੱਲੋਂ ਨੇ ਕਰਦਿਆਂ ਖੇਡ ਪ੍ਰੇਮੀਆਂ ਨੂੰ ਮੈਦਾਨ ਨਾਲ ਜੋੜੀ ਰੱਖਿਆ। ਰੈਫਰੀ ਦੀ ਜ਼ਿੰਮੇਵਾਰੀ ਜੀਵਨ ਸ਼ੇਰਗਿੱਲ ਤੇ ਡਾਕਟਰ ਸੁਖਦੇਵ ਸਿੰਘ ਸੰਧੂ ਨੇ ਬਾਖੂਬੀ ਨਿਭਾਈ। ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਕਿਡਜ਼ ਪਲੇ ਦੇ ਬਾਨੀ ਕੈਲ ਦੁਸਾਂਝ, ਨਿਊ ਕੈਨੇਡਾ ਕਬੱਡੀ ਕਲੱਬ ਦੇ ਕੁਲਵਿੰਦਰ ਸਿੰਘ ਸੰਧੂ, ਰਾਣਾ ਪਵਾਰ, ਸ਼ਿੰਗਾਰ ਟੇਸੀ, ਮਲਕੀਤ ਸਿੰਘ ਰਾਏ, ਅਮਰਜੀਤ ਟਡਵਾਲ, A1 ਸਪੋਰਟਸ ਨੇ ਅਦਾ ਕੀਤੀ। ਜੇਤੂ ਅਤੇ ਰਨਰ ਅਪ ਟੀਮਾਂ ਨੂੰ ਟਰਾਫੀਆਂ ਤੇ ਨਗਦ ਇਨਾਮ ਦਿੱਤੇ ਗਏ। ਖੇਡ ਪ੍ਰਮੋਟਰ ਬਲਵਿੰਦਰ ਸਿੰਘ ਬਿੱਲਾ ਲਾਲੇ, ਕੁਲਤਰਨ ਸਿੰਘ ਗਟਵਾਲ, ਖੇਡ ਲੇਖਕ ਜਸਵੰਤ ਸਿੰਘ ਖੜਗ, ਕਮੈਂਟੇਟਰ ਲੱਖਾ ਸਿਧਵਾ, ਮੌਮੀ ਢਿੱਲੋਂ ਤੇ ਦੇਸ਼ ਪ੍ਰਦੇਸ਼ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੌਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਤਾਲਿਬਾਨ ਨੂੰ ਕੌਮਾਂਤਰੀ ਮੰਗਾਂ ਪੂਰੀਆਂ ਨਾ ਕਰਨ ਤੱਕ ਉਸ ਨੂੰ ਜਾਇਜ਼ ਠਹਿਰਾਉਣ ਤੋਂ ਇਨਕਾਰ ਕਰੇ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਅੱਤਵਾਦੀਆਂ ਦਾ ਸਮਰਥਨ ਕੀਤਾ ਹੈ। ਅਮਰੀਕੀ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ 20 ਸਾਲਾ ਲੜਾਈ ਵਿੱਚ ਅਮਰੀਕਾ ਦੇ ਸਾਥੀ ਪਾਕਿਸਤਾਨ ਉੱਤੇ ਸਖਤ ਰੁਖ ਅਪਣਾਉਣ ਲਈ ਜ਼ੋਰ ਪਾਇਆ ਗਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੀ ਬਾਕੀ ਅੰਤਰਰਾਸ਼ਟਰੀ ਭਾਈਚਾਰੇ ਵਾਂਗ ਤਾਲਿਬਾਨ ਸਰਕਾਰ ਤੋਂ ਲੋੜੀਂਦੀਆਂ ਸ਼ਰਤਾਂ
ਪੂਰੀਆਂ ਹੋਣ ਤੱਕ ਕਿਸੇ ਕਿਸਮ ਦੀ ਮਾਨਤਾ ਨਾ ਦੇਵੇ। ਉਹਨਾਂ ਨੇ ਕਿਹਾ ਕਿ ਤਾਲਿਬਾਨ ਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਜੋ ਲੋਕ ਅਫਗਾਨਿਸਤਾਨ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਬਾਹਰ ਜਾਣ ਦੇਵੇਗਾ ਅਤੇ ਲੜਕੀਆਂ ਤੇ ਔਰਤਾਂ ਦਾ ਸਨਮਾਨ ਕਰੇਗਾ। ਉਹਨਾਂ ਨੇ ਅਧਿਕਾਰਾਂ ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਨਾਲ ਹੀ ਤਾਲਿਬਾਨ ਨੂੰ ਇਹ ਵੀ ਵਾਅਦਾ ਕਰਨਾ ਪਏਗਾ ਕਿ ਉਹ ਦੇਸ਼ ਨੂੰ ਬਾਹਰੀ ਦਹਿਸ਼ਤਗਰਦ ਦਾ ਅੱਡਾ ਨਹੀਂ ਬਣਨ ਦੇਵੇਗਾ। ਬਲਿੰਕਨ ਨੇ ਕਿਹਾ ਕਿ ਪਾਕਿਸਤਾਨ ਦੀਆਂ ਨੀਤੀਆਂ ਜ਼ਿਆਦਾਤਰ ਅਮਰੀਕਾ ਦੇ ਨੁਕਸਾਨ ਵਿੱਚ ਰਹੀਆਂ ਨੇ ਅਤੇ ਦੂਜਿਆਂ ਦੇ ਹੱਕ ਵਿੱਚ। ਉਹਨਾਂ ਨੇ ਕਿਹਾ ਕਿ ਅਮਰੀਕਾ ਵੱਲੋਂ ਨਾਮਜ਼ਦ ਅੱਤਵਾਦੀਆਂ ਨੂੰ ਪਾਕਿਸਤਾਨ ਨੇ ਪਨਾਹ ਦਿੱਤੀ ਹੈ, ਜਿਨ੍ਹਾਂ ਵਿੱਚ ਤਾਲਿਬਾਨੀ ਗਰੁੱਪ ਦੇ ਮੈਂਬਰ ਹੱਕਾਨੀ ਵੀ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਹੁਣ ਅਜਿਹਾ ਨਹੀਂ ਹੋਏਗਾ। ਪਾਕਿਸਤਾਨ ਨੂੰ ਇੱਕ ਪਾਸੇ ਸਪਸ਼ਟ ਤੌਰ ਤੇ ਹੋਣਾ ਪਏਗਾ। ਉੱਤਰੀ ਕੋਰੀਆ ਪ੍ਰਤੀ ਅਮਰੀਕਾ ਦੁਸ਼ਮਣੀ ਨਹੀਂ ਰੱਖਦਾ। ਅਮਰੀਕਾ ਨੂੰ ਉਮੀਦ ਹੈ ਕਿ ਉੱਤਰੀ ਕੋਰੀਆ ਆਪਣੇ ਪਰਮਾਣੂ ਹਥਿਆਰ ਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਤੇ ਗੱਲਬਾਤ ਦੀ ਪੇਸ਼ਕਸ਼ ਬਾਰੇ ਸਕਾਰਾਤਮਕ ਜਵਾਬ ਦੇਗਾ। ਏਸ਼ੀਆਈ ਸਹਿਯੋਗੀਆਂ ਨਾਲ ਬੈਠਕ ਕਰਨ ਪਹੁੰਚੇ ਅਮਰੀਕੀ ਰਾਜਦੂਤ ਨੇ ਇਹ ਗੱਲ ਕਹੀ। ਇੱਕ ਦਿਨ ਪਹਿਲਾਂ ਉੱਤਰੀ ਕੋਰੀਆ ਨੇ ਕਿਹਾ ਸੀ ਕਿ ਉਸਨੇ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦੀ ਪਰਖ ਕੀਤੀ ਹੈ। ਉੱਤਰੀ ਕੋਰੀਆ ਨਾਲ ਉਸਦੀ ਪਰਮਾਣੂ ਖੁਆਇਸ਼ ਨੂੰ ਲੈ ਕੇ ਰੇੜਕਾ ਖਤਮ ਕਰਨ ਤੇ ਮੰਗਲਵਾਰ ਨੂੰ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਦੇ ਸਿਖਰ ਅਧਿਕਾਰੀਆਂ ਵਿਚਕਾਰ ਬੈਠਕ ਹੋਈ। ਟੋਕੀਓ 'ਚ ਹੋਈ ਬੈਠਕ ਦੀ ਸ਼ੁਰੂਆਤ ਕਰਦੇ ਹੋਏ ਉੱਤਰੀ ਕੋਰੀਆ ਲਈ ਅਮਰੀਕੀ ਰਾਜਦੂਤ ਸੁੰਗ ਕਿਮ ਨੇ ਕਿਹਾ, DPRK ਪ੍ਰਤੀ ਅਮਰੀਕਾ ਦੁਸ਼ਮਣੀ ਨਹੀਂ ਰੱਖਦਾ ਹੈ। DPRK ਉੱਤਰੀ ਕੋਰੀਆ ਦੇ ਅਧਿਕਾਰਕ ਨਾਂ ਡੈਮੋਕ੍ਰੈਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ ਦਾ ਸੰਖੇਪ ਰੂਪ ਹੈ। ਉਹਨਾਂ ਨੇ ਕਿਹਾ, ਸਾਨੂੰ ਉਮੀਦ ਹੈ ਕਿ DPRK ਬਿਨਾਂ ਪਹਿਲਾਂ ਸ਼ਰਤ ਕਰਨ ਦੀ ਸਾਡੀਆਂ ਵੱਖ-ਵੱਖ ਪੇਸ਼ਕਸ਼ਾਂ ਦਾ ਸਕਾਰਾਤਮਕ ਜਵਾਬ ਦੇਵੇਗਾ। ਦੱਸਣਯੋਗ ਹੈ ਕਿ ਉੱਤਰੀ ਕੋਰੀਆ ਨੇ 6 ਪਰਮਾਣੂ ਪ੍ਰੀਖਣ ਕੀਤੇ ਨੇ ਤੇ ਅਮਰੀਕਾ ਤੱਕ ਪਹੁੰਚਣ 'ਚ ਸਮਰਥ ਅੰਤਰਮਹਾਦੇਸ਼ੀ ਬੈਲਿਸਟਿਕ ਮਿਜ਼ਾਈਲ ਵਿਕਸਿਤ ਕਰ ਲਈ ਹੈ। ਇਸ ਨਾਲ ਸੈਨਿਕ ਟਕਰਾਅ ਤੇ ਕੌਮਾਂਤਰੀ ਪਾਬੰਦੀਆਂ ਲਗਾਏ ਜਾਣ ਦਾ ਖਤਰਾ ਵੱਧ ਗਿਆ। ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਤਣਾਅ ਦਾ ਖਮਿਆਜ਼ਾ ਵਿਦਿਆਰਥੀ ਵਰਗ ਨੂੰ ਭੁਗਤਣਾ ਪੈ ਰਿਹਾ। ਇੱਕ ਸਮੈਸਟਰ ਆਨਲਾਈਨ ਪੜ੍ਹਾਈ ਦੇ ਬਾਅਦ ਵਾਂਗ ਜਿਵੇ ਲੂਇਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਕੰਪਲੈਕਸ ਵਿੱਚ ਆ ਰਹੇ ਆਪਣੇ ਸਾਥੀਆਂ ਨੂੰ ਮਿਲਣ ਲਈ ਉਤਸ਼ਾਹਿਤ ਸੀ, ਪਰ 23 ਸਾਲਾਂ ਦੇ ਵਿੱਤੀ ਸਿੱਖਿਆ ਦੇ ਵਿਦਿਆਰਥੀ ਨੇ ਕਿਹਾ ਕਿ ਅਮਰੀਕਾ ਨੇ ਸੁਰੱਖਿਆ ਦੇ ਆਧਾਰ ਤੇ ਉਸ ਦਾ ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤਾ। ਚੀਨ ਸਰਕਾਰ ਦਾ ਕਹਿਣਾ ਹੈ ਕਿ ਵਾਂਗ ਘੱਟੋ-ਘੱਟ ਉਹਨਾਂ 500 ਵਿਦਿਆਰਥੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਵੀਜ਼ਾ ਸੰਭਾਵਤ ਮਿਲਟਰੀ ਵਰਤੋਂ ਲਈ ਅਮਰੀਕੀ ਟੈਕਨੋਲੋਜੀ ਹਾਸਲ ਕਰਨ ਤੋਂ ਬੀਜਿੰਗ ਨੂੰ ਰੋਕਣ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਨੀਤੀ ਮੁਤਾਬਕ ਰੱਦ ਕਰ ਦਿੱਤੇ ਗਏ ਨੇ। ਵਾਂਗ ਨੇ ਕਿਹਾ, ਸਾਰੀਆਂ ਚੀਜ਼ਾਂ ਬਕਵਾਸ ਨੇ। ਸਾਡਾ ਵਿੱਤੀ ਸਿੱਖਿਆ ਦੇ ਵਿਦਿਆਰਥੀਆਂ ਦਾ ਸੈਨਾ ਨਾਲ ਕੀ ਲੈਣਾ ਦੇਣਾ ਹੋ ਸਕਦਾ ਹੈ। ਅਸਲ ਵਿੱਚ ਟੈਕਨੋਲੋਜੀ ਅਤੇ ਸਿੱਖਿਆ, ਬੀਜਿੰਗ ਦਾ ਮਿਲਟਰੀ ਬਰਥ, ਕਰੋਨਾ ਵਾਇਰਸ ਦੀ ਉਤਪਤੀ, ਮਨੁੱਖੀ ਅਧਿਕਾਰ ਅਤੇ ਦੱਖਣੀ ਚੀਨ ਸਾਗਰ ਅਤੇ ਹੋਰ ਖੇਤਰ ਦੇ ਵਿਵਾਦਤ ਦਾਅਵਿਆਂ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਕਾਰ ਸੰਬੰਧ ਤਣਾਅਪੂਰਨ ਚੱਲ ਰਹੇ ਨੇ। ਇਸ ਨੀਤੀ ਦੇ ਤਹਿਤ ਉਹਨਾਂ ਲੋਕਾਂ ਨੂੰ ਵੀਜ਼ਾ ਦੇਣ ਤੇ ਰੋਕ ਲਾਈ ਗਈ ਹੈ ਜੋ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਮਿਲਟਰੀ ਸ਼ਾਖਾ ਪੀਪਲਜ਼ ਲਿਬਰੇਸ਼ਨ ਆਰਮੀ ਜਾਂ ਉਹਨਾਂ ਯੂਨੀਵਰਸਿਟੀਆਂ ਨਾਲ ਜੁੜੇ ਹਨ ਜਿਨ੍ਹਾਂ ਨੂੰ ਵਾਸ਼ਿੰਗਟਨ ਨੇ ਸੈਨਾ ਦੇ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਦੱਸਿਆ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਹਜ਼ਾਰਾਂ ਚੀਨੀ ਵਿਦਿਆਰਥੀ ਅਤੇ ਖੋਜੀ ਅਜਿਹੇ ਪ੍ਰੋਗਰਾਮਾਂ ਵਿੱਚ ਸ਼ਾਮਲ ਹਨ ਜਿਸ ਨਾਲ ਉਹ ਚੀਨ ਨੂੰ ਮੈਡੀਕਲ, ਕੰਪਿਊਟਰ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਦੇ ਸਕਦੇ ਨੇ। ਵਾਸ਼ਿੰਗਟਨ ਨੇ ਬੀਜਿੰਗ ਦੀ ਸਿਵਿਲੀਅਨ ਮਿਲਟਰੀ ਏਕਤਾ ਦੀ ਨੀਤੀ ਦਾ ਹਵਾਲਾ ਦਿੱਤਾ ਹੈ ਜਿਸ ਦੇ ਬਾਰੇ ਉਸ ਦਾ ਕਹਿਣਾ ਹੈ ਕਿ ਇਹ ਨਿੱਜੀ ਕੰਪਨੀਆਂ ਅਤੇ ਯੂਨੀਵਰਸਿਟੀਆਂ ਨੂੰ ਚੀਨੀ ਮਿਲਟਰੀ ਟੈਕਨੋਲੋਜੀ ਵਿਕਸਿਤ ਕਰਨ ਲਈ ਇੱਕ ਸੰਪਤੀ ਮੰਨਦਾ ਹੈ। ਵਿਦੇਸ਼ ਵਿਭਾਗ ਨੇ 2020 ਦੀ ਇੱਕ ਰਿਪੋਰਟ ਵਿੱਚ ਕਿਹਾ ਸੀ, ਸਾਂਝੀ ਖੋਜ ਸੰਸਥਾ, ਸਿੱਖਿਆ ਜਗਤ ਅਤੇ ਨਿੱਜੀ ਕੰਪਨੀਆਂ ਦੀ PLA ਦੀ ਭਵਿੱਖ ਦੀ ਮਿਲਟਰੀ ਪ੍ਰਣਾਲੀਆਂ ਬਣਾਉਣ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਉਹ ਵੀ ਅਕਸਰ ਉਹਨਾਂ ਦੀ ਜਾਣਕਾਰੀ ਜਾਂ ਸਹਿਮਤੀ ਦੇ ਬਿਨਾਂ। ਅਮਰੀਕਾ ਵਿੱਚ ਨਿਕੋਲਜ਼ ਤੂਫਾਨ ਨੇ ਟੈਕਸਾਸ ਅਤੇ ਲੂਸੀਆਨਾ ਵਿੱਚ ਮਜ਼ਬੂਤੀ ਨਾਲ ਦਸਤਖਤ ਦਿੰਦੇ ਹੋਏ ਤਬਾਹੀ ਮਚਾ ਦਿੱਤੀ ਹੈ। ਤੇਜ਼ ਹਵਾਵਾਂ ਨਾਲ ਸਮੁੰਦਰ ਵਿੱਚ ਤੂਫਾਨੀ ਲਹਿਰਾਂ ਚੱਲ ਰਹੀਆਂ ਨੇ। ਕੌਮੀ ਮੌਸਮ ਵਿਭਾਗ ਨੇ ਭਾਰੀ ਮਾਲੀ ਨੁਕਸਾਨ ਹੋਣ ਤੋਂ ਇਲਾਵਾ ਭਾਰੀ ਜਾਨੀ ਨੁਕਸਾਨ ਹੋਣ ਦੀ ਵੀ ਭਵਿੱਖਬਾਣੀ ਕੀਤੀ। ਨੈਸ਼ਨਲ ਹਰੀਕੇਨ ਸੈਂਟਰ ਮੁਤਾਬਕ ਨਿਕੋਲਜ਼ ਤੂਫਾਨ ਨੇ ਮਾਟਾਗਾਰਡ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ 1 ਵਜੇ ਦਸਤਖਤ ਦਿੱਤੀ। ਤੂਫਾਨ ਕਾਰਨ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਟੈਕਸਾਸ ਵਿੱਚ ਤੂਫਾਨ ਦੇ ਦਸਤਖਤ ਦੇਣ ਤੋਂ ਇੱਕ ਦਿਨ ਬਾਅਦ ਇਹ ਲੂਸੀਆਨਾ ਪਹੁੰਚ ਜਾਵੇਗਾ। ਇਸ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਲੂਸੀਆਨਾ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਵਾਈਟ ਹਾਊਸ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਨੇ ਨਾਗਰਿਕਾਂ ਤੱਕ ਸਾਰੇ ਤਰ੍ਹਾਂ ਦੀ ਮਦਦ ਪਹੁੰਚਾਉਣ ਦਾ ਨਿਰਦੇਸ਼ ਦਿੱਤਾ ਹੈ। ਟੈਕਸਾਸ ਵਿੱਚ ਗਵਰਨਰ ਗ੍ਰੈਗ ਐਬਾਟ ਨੇ ਦੱਸਿਆ ਕਿ ਤੂਫਾਨ ਦਾ ਅਸਰ ਕਈ ਦਿਨ ਤੱਕ ਰਹੇਗਾ। ਹੜ੍ਹ ਨਾਲ ਨਜਿੱਠਣ ਲਈ ਹੈਲੀਕਾਪਟਰ, ਮੋਟਰ ਬੋਟ ਤੈਨਾਤ ਕਰ ਦਿੱਤੀਆਂ ਗਈਆਂ ਹਨ। ਹਾਲ ਹੀ ਦੇ ਹਫ਼ਤਿਆਂ ਵਿੱਚ ਇਸ ਖੇਤਰ ਦਾ ਇਹ ਦੂਜਾ ਤੂਫਾਨ ਹੈ। ਇਸ ਤੋਂ ਪਹਿਲਾਂ ਇੱਥੇ ਈਡਾ ਤੂਫਾਨ ਨੇ ਕਹਿਰ ਮਚਾਇਆ ਸੀ ਜਿਸ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਦੱਸਿਆ ਕਿ ਭਾਰੀ ਮੀਂਹ ਨੂੰ ਦੇਖਦਿਆਂ ਜਨਤਾ ਨੂੰ ਸੜਕਾਂ ਅਤੇ ਕੌਮੀ ਮਾਰਗਾਂ ਤੇ ਜਾਣ ਤੋਂ ਬਚਣ ਲਈ ਕਿਹਾ ਗਿਆ। ਹਿਊਸਟਨ ਵਿੱਚ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਨੇ ਤੇ ਉਡਾਣਾਂ, ਬੱਸਾਂ ਅਤੇ ਟ੍ਰੇਨਾਂ ਦੀ ਸਰਵਿਸ ਵੀ ਰੋਕ ਦਿੱਤੀ ਗਈ ਹੈ। ਹਿਊਸਟਨ ਵਿੱਚ 2017 ਚ ਹਾਰਵੇ ਤੂਫਾਨ ਨੇ ਜ਼ਬਰਦਸਤ ਤਬਾਹੀ ਮਚਾਈ ਸੀ ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਸਨ।
ਤਾਜ਼ਾ ਹਾਲਾਤ ਮੁਤਾਬਕ ਕੌਮੀ ਮੌਸਮ ਵਿਭਾਗ ਨੇ ਨਿਕੋਲਸ ਤੂਫਾਨ ਨਾਲ ਟੈਕਸਾਸ ਤੋਂ ਲੈ ਕੇ ਲੂਸੀਆਨਾ ਤੇ ਦੱਖਣੀ ਮਿਸੀਸਿਪੀ ਤੱਕ 10 ਤੋਂ ਲੈ ਕੇ 20 ਇੰਚ ਤੱਕ ਬਾਰਿਸ਼ ਦੀ ਸੰਭਾਵਨਾ ਜਤਾਈ। ਵਿਭਾਗ ਨੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ। ਯੂਕੇ ਵਿੱਚ 12 ਸਤੰਬਰ ਨੂੰ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਯਾਦਗਾਰੀ ਸਮਾਰਕ ਦਾ ਉਦਘਾਟਨ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਾਸ ਸੱਦੇ ਤੇ ਉੱਥੇ ਪਹੁੰਚੇ। ਉੱਥੇ ਪਹੁੰਚਣ ਤੇ ਉਹਨਾਂ ਨੇ ਯੂਕੇ ਵੱਲੋਂ ਬੜੇ ਕਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ, ਜਿਸ ਕਾਰਨ ਉਹਨਾਂ ਨੂੰ ਯੂਕੇ ਦੀ ਕ੍ਰਾਈਮ ਬ੍ਰਾਂਚ ਵੱਲੋਂ ਨੋਟਿਸ ਕੀਤਾ ਗਿਆ। ਬ੍ਰਾਂਚ ਨੇ ਗੁਰਦੁਆਰਾ ਸਾਹਿਬ ਦੇ ਟਰਸਟੀ ਨੂੰ ਇੱਕ ਪੱਤਰ ਲਿਖ ਕੇ ਇਸ ਸੰਬੰਧੀ ਸੂਚਿਤ ਕੀਤਾ। ਪੱਤਰ ਵਿੱਚ ਬ੍ਰਾਂਚ ਵੱਲੋਂ ਲਿਖਿਆ ਗਿਆ ਹੈ ਕਿ ਸਾਨੂੰ ਸੂਚਿਤ ਕੀਤਾ ਗਿਆ ਹੈ ਕਿ 12 ਸਤੰਬਰ ਨੂੰ ਤੁਹਾਡੀ ਸੰਸਥਾ ਨਾਲ ਸੰਬੰਧਿਤ ਆਯੋਜਿਤ ਇੱਕ ਸਮਾਗਮ ਵਿੱਚ ਹਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਆਏ ਸਨ। ਇਹ ਵਿਅਕਤੀ ਪਿਛਲੇ 5 ਦਿਨਾਂ ਦੇ ਅੰਦਰ ਭਾਰਤ ਤੋਂ ਯੂਕੇ ਪਹੁੰਚੇ ਸਨ। ਸਿੰਘ ਨੇ ਕਰੋਨਾ ਵਾਇਰਸ ਨਿਯਮਾਂ ਦੇ ਤਹਿਤ ਘੱਟੋ-ਘੱਟ 10 ਦਿਨਾਂ ਲਈ ਸਵੈ ਅਲੱਗ-ਥਲੱਗ ਰਹਿਣਾ ਸੀ, ਪਰ ਸਿੰਘ ਦੇ ਆਉਣ ਤੋਂ ਬਾਅਦ ਅਸੀਂ ਉਹਨਾਂ ਨਾਲ ਸੰਪਰਕ ਕਰਨ ਵਿੱਚ ਅਸਮਰਥ ਹਾਂ। ਕਿਰਪਾ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਨਿਯਮਾਂ ਦੀ ਪਾਲਣਾ ਨਾ ਕਰਨਾ ਇੱਕ ਗੰਭੀਰ ਅਪਰਾਧ ਹੈ ਅਤੇ ਇਸ ਲਈ ਉਹਨਾਂ ਨੂੰ 10,000 ਪਾਉਂਡ ਤੱਕ ਦੇ ਜੁਰਮਾਨਾ ਕੀਤਾ ਜਾ ਸਕਦਾ ਹੈ। ਅਸੀਂ ਉਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਹਾਂ। ਜੇਕਰ ਤੁਹਾਡੇ ਕੋਲ ਉਹਨਾਂ ਦਾ ਕੋਈ ਸੰਪਰਕ ਨੰਬਰ ਹੈ ਤਾਂ ਸਾਡੇ ਨਾਲ ਸ਼ੇਅਰ ਕੀਤਾ ਜਾਵੇ। ਇਸ ਦੇ ਨਾਲ ਹੀ ਸਾਨੂੰ ਦੱਸਿਆ ਜਾਵੇ ਕਿ ਸਿੰਘ ਇਸ ਸਮੇਂ ਕਿੱਥੇ ਰਹਿ ਰਹੇ ਨੇ। ਬ੍ਰਾਜ਼ੀਲ ਵਿੱਚ 2 ਇੰਜਨ ਵਾਲਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਨਿਊਜ਼ ਪੋਰਟਲ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਪੋਰਟਲ ਮੁਤਾਬਕ ਇਹ ਹਾਦਸਾ ਸਵੇਰੇ ਪਿਰਾਸੀਕਾਬਾ ਖੇਤਰ ਵਿੱਚ ਵਾਪਰਿਆ। ਜਹਾਜ਼ ਜੰਗਲਾਂ ਵਿੱਚ ਹਾਦਸਾਗ੍ਰਸਤ ਹੋ ਗਿਆ ਤੇ ਧਮਾਕਾ ਹੋਣ ਦੀ ਵਜ੍ਹਾ ਨਾਲ ਉਸ ਵਿੱਚ ਅੱਗ ਲੱਗ ਗਈ। ਇਸ ਘਟਨਾ ਵਿੱਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਅਤੇ 2 ਪਾਇਲਟਾਂ ਦੀ ਮੌਤ ਹੋ ਗਈ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਾਇਰ ਬ੍ਰਿਗੇਡ ਕਰਮਚਾਰੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਦੱਖਣੀ ਕੋਰੀਆ ਨੇ ਕੰਪੀਟੀਟਿਵ ਕਮਿਸ਼ਨ ਨੇ ਮੋਬਾਈਲ ਆਪਰੇਟਿੰਗ ਸਿਸਟਮ ਵਿੱਚ ਆਪਣੇ ਦਬਦਬੇ ਦੀ ਦੁਰਵਰਤੋਂ ਕਰਨ ਨੂੰ ਲੈ ਕੇ ਗੂਗਲ ਤੇ 1305 ਕਰੋੜ ਰੁਪਏ ਦਾ ਜੁਰਮਾਨਾ ਲਾਇਆ। ਦੇਸ਼ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਐਂਟੀ ਟਰਸਟ ਅਪਰਾਧ ਮੰਨਿਆ ਜਾ ਰਿਹਾ। ਇਸ ਜੁਰਮਾਨੇ ਦਾ ਐਲਾਨ ਅਜਿਹੇ ਸਮੇਂ ਹੋਇਆ ਜਦ ਦੱਖਣੀ ਕੋਰੀਆ ਸੋਧਿਆ ਦੂਰਸੰਚਾਰ ਕਾਨੂੰਨ ਲਾਗੂ ਕਰ ਰਿਹਾ। ਇਸ ਦੇ ਤਹਿਤ ਗੂਗਲ ਅਤੇ ਐਪਲ ਜਿਹੇ ਐਪ ਬਾਜ਼ਾਰ ਆਪਰੇਟਰ ਉਹਨਾਂ ਦੇ ਇਨ ਐਪ ਪਰਚੇਜ਼ਿੰਗ ਸਿਸਟਮ ਰਾਹੀਂ ਭੁਗਤਾਨ ਕਰਨ ਨੂੰ ਲੈ ਕੇ ਸਮਾਰਟਫੋਨ ਯੂਜ਼ਰ ਨਾਲ ਜ਼ਬਰਦਸਤੀ ਨਹੀਂ ਕਰ ਸਕਣਗੇ। ਹਾਲਾਂਕਿ ਦੱਸਿਆ ਜਾ ਰਿਹਾ ਕਿ ਗੂਗਲ ਇਸ ਜੁਰਮਾਨੇ ਦੇ ਖਿਲਾਫ ਅਪੀਲ ਕਰੇਗਾ। ਦੱਖਣੀ ਕੋਰੀਆਈ ਨਿਰਪੱਖ ਕਾਰੋਬਾਰ ਕਮਿਸ਼ਨ ਦੀ ਪ੍ਰਧਾਨ ਜੋ ਸੁੰਗ ਵੂਕ ਦਾ ਕਹਿਣਾ ਹੈ ਕਿ ਗੂਗਲ ਅਤੇ ਇਲੈਕਟ੍ਰੋਨਿਕ ਸਾਂਝੇਦਾਰ ਤੇ ਐਂਟੀ ਫ੍ਰੈਗਮੈਂਟੇਸ਼ਨ ਸਮਝੌਤਿਆਂ ਤੇ ਦਸਤਖਤ ਦੀ ਰੁਕਾਵਟ ਪਾ ਕੇ 2011 ਤੋਂ ਬਾਜ਼ਾਰ ਵਿੱਚ ਕੰਪੀਟੀਟਿਵ ਦੇ ਲਈ ਰੁਕਾਵਟ ਬਣਿਆ ਹੋਇਆ ਹੈ। ਇਸ ਨੇ ਕੰਪਨੀਆਂ ਨੂੰ ਸਮਾਰਟਫੋਨ ਜਾਂ ਸਮਾਰਟ ਵਾਚ ਵਿੱਚ ਗੂਗਲ ਦੇ ਸੋਧੇ ਆਪਰੇਟਿੰਗ ਸਿਸਟਮ ਪਾਉਣ ਤੇ ਰੋਕ ਦਿੱਤਾ। ਇਸ ਦੇ ਚਲਦਿਆਂ ਗੂਗਲ ਦਾ ਮੋਬਾਈਲ ਸੌਫਟਵੇਅਰ ਅਤੇ ਐਪ ਬਾਜ਼ਾਰ ਵਿੱਚ ਆਸਾਨੀ ਨਾਲ ਦਬਦਬਾ ਬਣ ਗਿਆ। ਜਾਵੇਦ ਅਖਤਰ ਕੰਗਨਾ ਰਣੌਤ ਮਾਨਹਾਨੀ ਕੇਸ ਵਿੱਚ ਅੰਧੇਰੀ ਮੈਜਿਸਟ੍ਰੇਟ ਅਦਾਲਤ ਨੇ ਸੁਣਵਾਈ ਕੀਤੀ, ਪਰ ਅਦਾਲਤ ਨੇ ਸੁਣਵਾਈ ਹੁਣ 20 ਸਤੰਬਰ ਤੱਕ ਟਾਲ ਦਿੱਤੀ ਹੈ। ਜੇਕਰ ਕੰਗਨਾ ਰਣੌਤ 20 ਸਤੰਬਰ ਨੂੰ ਅਦਾਲਤ ਸਾਹਮਣੇ ਪੇਸ਼ ਨਹੀਂ ਹੁੰਦੀ ਤਾਂ ਉਸ ਖਿਲਾਫ ਵਾਰੰਟ ਜਾਰੀ ਕੀਤੇ ਜਾਣਗੇ। ਕੰਗਨਾ ਦੇ ਵਕੀਲ ਨੇ ਪੇਸ਼ੀ ਤੋਂ ਛੋਟ ਪਾਉਣ ਲਈ ਅਦਾਲਤ ਨੂੰ ਦੱਸਿਆ ਕਿ ਕੰਗਨਾ ਦੀ ਸਿਹਤ ਠੀਕ ਨਹੀਂ, ਜਿਸ ਕਾਰਨ ਉਹ ਪੇਸ਼ ਨਹੀਂ ਹੋ ਸਕਦੀ ਅਤੇ ਅਦਾਲਤ ਨੇ ਇਸ ਵਾਰ ਉਸ ਦਾ ਮੈਡੀਕਲ ਸਰਟੀਫਿਕੇਟ ਮਨਜ਼ੂਰ ਕਰ ਲਿਆ। ਪਰ ਦੂਜੇ ਪਾਸੇ ਮੈਜਿਸਟ੍ਰੇਟ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਕੰਗਨਾ ਰਣੌਤ 20 ਸਤੰਬਰ ਨੂੰ ਪੇਸ਼ ਨਾ ਹੋਈ ਤਾਂ ਉਸ ਖਿਲਾਫ ਵਾਰੰਟ ਕੱਢੇ ਜਾਣਗੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।